ਵਾਹਿਗੁਰੂ ਸਤਨਾਮ। ਵਾਹਿਗੁਰੂ ਸਾਹਿਬ ਜੀਓ। ਥਾਕੇ ਨੈਣ ਸ਼੍ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਕ ਸਮਾਇਆ। ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ। ਬਿਰਥਾ ਜਨਮ ਗਵਾਇਆ। ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ। ਬਿਰਥਾ ਜਨਮ ਗਵਾਇਆ। ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਬਿਦ ਭਈ, ਤਉ ਨਾ ਹਰ ਰਸ ਲੀਨ। ਕਹੋ ਨਾਨਕ ਇਹ ਬਿਦ ਭਈ, ਤਉ ਨਾ ਹਰ ਰਸ ਲੀਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪਰਮ ਕਿਰਪਾਲੂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦੀ ਰਹਿਮਤ ਸਦਕਾ ਪਾਵਨ ਹਜ਼ੂਰੀ ਵਿੱਚ ਸੱਜ ਕੇ ਖਸਮ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ। ਆਓ ਸਾਧ ਸੰਗਤ, ਜਿੱਥੇ ਬੜੇ ਅਦਬ ਬੜੇ ਸਤਿਕਾਰ ਦੇ ਨਾਲ ਕੀਰਤਨ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਪਾਵਨ ਸ਼ਲੋਕ ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਬਿਦ ਭਈ, ਤਉ ਨ ਹਰ ਰਸ ਲੀਨ। ਇਹ 47ਵਾਂ ਸ਼ਲੋਕ ਨੰਬਰ 47 ਹੈ। ਸਤਿਗੁਰੂ ਜੀ ਇਸ ਪਾਵਨ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਸਿਰ ਕੰਪਿਓ, ਸਿਰ ਕੰਬਦਾ ਹੈ, ਪੱਗ ਡਗਮਗੇ, ਪੈਰਾਂ ਦੇ ਕੋਲੋਂ ਢੰਗ ਦੇ ਨਾਲ ਤੁਰਿਆ ਨਹੀਂ ਜਾ ਰਿਹਾ। ਨੈਣ ਜੋਤ ਤੇ ਹੀਨ, ਅੱਖਾਂ ਦੀ ਰੌਸ਼ਨੀ ਘਟ ਗਈ ਹੈ। ਪਰ ਕਹੋ ਨਾਨਕ ਇਹ ਬਿਦ ਭਈ, ਤਉ ਨ ਹਰ ਰਸ ਲੀਨ। ਅਜੇ ਵੀ ਉਸ ਰੱਬ ਦੀ ਯਾਦ ਵਿੱਚ ਇਨਸਾਨ ਨਹੀਂ ਜੁੜਿਆ। ਸਤਿਗੁਰੂ ਜੀ ਇਸ ਪਾਵਨ ਸ਼ਲੋਕ ਦੇ ਰਾਹੀਂ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਇਹ ਆਪ ਸਰਬੱਤ ਸੰਗਤ ਨਾਲ ਵਿਚਾਰ ਸਾਂਝੇ ਕਰਨੇ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਅਦਬ ਸਤਿਕਾਰ ਦੇ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕੁਝ ਵੀ ਪਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ, ਹਰ ਇੱਕ ਪੈਦਾ ਕੀਤੀ ਹੋਈ ਵਸਤੂ ਦੇ ਉੱਤੇ 3 ਅਵਸਥਾਵਾਂ ਜ਼ਰੂਰ ਆਉਂਦੀਆਂ ਨੇ। ਚਾਹੇ ਕੋਈ ਪਸ਼ੂ ਹੈ, ਚਾਹੇ ਪੰਛੀ ਹੈ,
ਚਾਹੇ ਇਨਸਾਨ ਹੀ ਹੈ, 3 ਅਵਸਥਾਵਾਂ, 3 ਸਟੇਜਸ ਹਰ ਇੱਕ ਪੈਦਾ ਕੀਤੀ ਹੋਈ ਵਸਤੂ ਦੇ ਉੱਤੇ ਜ਼ਰੂਰ ਆਉਂਦੀਆਂ ਨੇ। ਇਹ ਵੱਖਰੀ ਗੱਲ ਹੈ ਕਿ ਜਿਤਨੇ ਕੁ ਸਵਾਸ ਪਰਮਾਤਮਾ ਨੇ ਬਖਸ਼ਿਸ਼ ਕੀਤੇ ਨੇ, ਉਹ ਓਨੇ ਹੀ ਸਵਾਸ ਇਨਸਾਨ ਇਸ ਦੁਨੀਆ ਦੇ ਵਿੱਚ, ਇਨਸਾਨ ਕਹਿ ਲਈਏ ਚਾਹੇ ਕੋਈ ਵੀ ਪਸ਼ੂ ਪੰਛੀ ਕਹਿ ਲਈਏ, ਜਿਤਨੇ ਸਵਾਸ ਰੱਬ ਨੇ ਦਿੱਤੇ ਨੇ, ਜਿਤਨੀ ਕੋ ਉਮਰ ਉਸ ਰੱਬ ਅਕਾਲ ਪੁਰਖ ਵੱਲੋਂ ਅਸਾਂ ਨੂੰ ਮਿਲੀ ਹੈ, ਉਹ ਉਮਰ ਅਸੀਂ ਭੋਗ ਕੇ ਹੀ ਇਸ ਦੁਨੀਆ ਤੋਂ ਜਾਣਾ ਹੈ। ਉਹ ਚਾਹੇ ਇੱਦਾਂ ਕਹਿ ਲਈਏ, ਪਾਵਨ ਬਾਣੀ ਦਾ ਵਚਨ ਹੈ ਨਾ, ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਹਰੀ ਨਾਹੀ ਨਹਿ ਡਡੁਰੀ ਪੱਕੀ ਵੱਢਣ ਹਾਰ। ਪਤਾ ਨਹੀਂ ਕਿ ਪਰਮਾਤਮਾ ਨੇ ਬਚਪਨ ਦੇ ਵਿੱਚ ਲੈ ਜਾਣਾ ਹੈ, ਜਵਾਨੀ 'ਚ ਲੈ ਜਾਣਾ ਹੈ, ਜਾਂ ਬੁਢੇਪੇ ਦੇ ਵਿੱਚ ਲੈ ਕੇ ਜਾਣਾ ਹੈ। ਇਹ ਉਹਦੇ ਉੱਤੇ ਡਿਪੈਂਡ ਕਰਦਾ ਹੈ। ਪਰ ਜੇਕਰ ਵਿਚਾਰ ਕੇ ਦੇਖੀਏ ਤਾਂ 3 ਸਟੇਜਸ ਨੇ ਬਾਣੀ ਦੇ ਵਿੱਚ। ਇਹਨਾਂ ਸਲੋਕਾਂ 'ਚ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਕਹਿੰਦੇ ਬਾਲ ਜਵਾਨੀ ਅਰ ਬਿਰਧ ਫੁਨ, 3 ਅਵਸਥਾ ਜਾਣ। ਪਹਿਲੀ ਬਚਪਨ ਹੈ, ਦੂਜੀ ਅਵਸਥਾ, ਦੂਜੀ ਸਟੇਜ ਜਿਹੜੀ ਹੈ ਉਹ ਜਵਾਨੀ ਦੀ ਹੈ, ਤੇ ਤੀਜੀ ਜਿਹੜੀ ਹੈ ਉਹ ਬੁਢੇਪੇ ਦੀ ਹੈ। ਬਚਪਨ ਤੋਂ ਬਾਅਦ ਜਵਾਨੀ ਆਏਗੀ ਜ਼ਰੂਰ, ਕੋਈ ਰੋਕ ਨਹੀਂ ਸਕਦਾ। ਜਵਾਨੀ ਤੋਂ ਬਾਅਦ ਬੁਢੇਪੇ ਨੇ ਆਉਣਾ ਹੀ ਆਉਣਾ ਹੈ। ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਕੋਸ਼ਿਸ਼ ਦੇ ਨਾਲ ਰੋਕਿਆ ਨਹੀਂ ਜਾ ਸਕਦਾ, ਇਹ ਜ਼ਰੂਰ ਆਏਗਾ। ਇਸੇ ਕਰਕੇ ਜਦੋਂ ਕਬੀਰ ਸਾਹਿਬ ਦਾ ਬਚਨ ਪੜ੍ਹੀਏ ਤੇ ਕਬੀਰ ਸਾਹਿਬ ਬੜੀ ਪਿਆਰੀ ਗੱਲ ਸਮਝਾਉਂਦੇ ਨੇ, ਗੱਲ ਵੀ ਸਮਝਾ ਰਹੇ ਨੇ, ਤੇ ਇੱਕ ਪ੍ਰਕਾਰ ਦੀ ਉਹਨਾਂ ਨੇ ਚਿੰਤਾ ਦਾ ਵੀ ਜ਼ਿਕਰ ਕੀਤਾ ਹੈ। ਪਤਾ ਕੀ ਕਹਿੰਦੇ ਕਬੀਰ ਸਾਹਿਬ? ਕਹਿੰਦੇ ਥਰ ਹਰ ਕੰਪੈ ਬਾਲਾ ਜੀਓ, ਕਿਆ ਜਾਨੋ ਕਿਆ ਕਰਸੀ ਪੀਓ। ਕਬੀਰ ਸਾਹਿਬ ਕਹਿੰਦੇ ਕਿ ਮੇਰੀ ਜਿੰਦ ਜਿਹੜੀ ਹੈ ਨਾ ਉਹ ਡਰਦੀ ਹੈ। ਮੇਰੇ ਅੰਦਰ ਇੱਕ ਡਰ ਬੈਠ ਗਿਆ, ਮੇਰੀ ਆਤਮਾ ਕਹਿ ਲਈਏ ਕਿ ਡਰਦੀ ਹੈ। ਉਸ ਡਰ ਦਾ ਰੀਜ਼ਨ ਕੀ ਹੈ? ਕਹਿੰਦੇ ਕਿਆ ਜਾਨੋ ਕਿਆ ਕਰਸੀ ਪੀਓ, ਪਤਾ ਨਹੀਂ ਕਿ ਉਹ ਮੇਰਾ ਪੀਓ ਦਾ ਮਤਲਬ ਹੈ ਪਤੀ ਪਰਮਾਤਮਾ। ਪਤਾ ਨਹੀਂ ਉਹ ਮੇਰਾ ਪਤੀ ਪਰਮਾਤਮਾ ਮੇਰੇ ਨਾਲ ਕਰੇਗਾ ਕੀ। ਇਹ ਚਿੰਤਾ ਕਿ ਪਤਾ ਨਹੀਂ ਉਹ ਕੀ ਕਰੇਗਾ ਮੇਰੇ ਨਾਲ। ਹੁਣ ਇਸ ਚਿੰਤਾ ਦਾ ਰੀਜ਼ਨ ਕੀ ਹੈ? ਉਸ ਰੀਜ਼ਨ ਨੂੰ ਕਬੀਰ ਸਾਹਿਬ ਅੱਗੇ ਐਕਸਪਲੇਨ ਕਰਦੇ ਪਏ ਨੇ। ਕਹਿੰਦੇ ਚਿੰਤਾ ਇਸ ਗੱਲ ਦੀ ਹੈ ਕਿ ਰੈਣ ਗਈ ਮਤ ਦਿਨ ਭੀ ਜਾਏ। ਰੈਣ ਦਾ ਮਤਲਬ ਵੈਸੇ ਬੇਸਿਕਲੀ ਵਰਡ ਮੀਨਿੰਗ ਕਰਾਂਗੇ ਤੇ ਇਹਦਾ ਮਤਲਬ ਹੈ ਰਾਤ। ਰੈਣ ਗਈ ਮਤ ਦਿਨ ਭੀ ਜਾਏ। ਦਿਨ ਦਾ ਮਤਲਬ ਕਰਾਂਗੇ ਜੀ ਆਪਾਂ ਦਿਨ ਡੇ। ਰਾਤ ਕਹਿੰਦੇ ਲੰਘ ਗਈ ਹੈ, ਕਿਤੇ ਦਿਨ ਵੀ ਲੰਘ ਨਾ ਜਾਏ। ਹੁਣ ਇਹਦਾ ਮਤਲਬ ਆ ਜਿਹੜੀ ਰਾਤ ਨੂੰ ਆਪਾਂ ਸੌਂਦੇ ਆ ਜਾਂ ਦਿਨੇ ਆਪਾਂ ਕੰਮ ਦੇ ਵਿੱਚ ਰੁੱਝ ਜਾਂਦੇ, ਇਹਦਾ ਨਹੀਂ ਹੈ। ਇਹ ਦੋਨੋਂ ਵਰਡ ਜਿਹੜੇ ਨੇ ਕਬੀਰ ਸਾਹਿਬ ਨੇ ਇਸ ਕਰਕੇ ਯੂਜ਼ ਕੀਤੇ ਨੇ। ਰਹਿਣ ਤੋਂ ਭਾਵ ਕਬੀਰ ਸਾਹਿਬ ਦਾ ਇਹ ਜਿਹੜੇ ਕਾਲੇ ਵਾਲ ਨੇ, ਇਹ ਕਹਿੰਦੇ ਹੁਣ ਕਾਲਿਆਂ ਤੋਂ ਚਿੱਟੇ ਹੋ ਗਏ। ਦਿਨ ਚਿੱਟਾ ਹੁੰਦਾ ਨਾ ਜੀ, ਰੌਸ਼ਨੀਆਂ ਚਾਰੇ ਪਾਸੇ। ਕਬੀਰ ਸਾਹਿਬ ਕਹਿੰਦੇ ਜਵਾਨੀ ਲੰਘ ਗਈ ਹੈ, ਹੁਣ ਵਾਲ ਚਿੱਟੇ ਹੋ ਗਏ ਨੇ। ਕਾਲੀ ਹੂੰ ਫੁਨ ਧੌਲੇ ਆਏ। ਪਹਿਲਾਂ ਜਵਾਨੀ ਦੇ ਵਿੱਚ ਕੀ ਸੀ ਕਿ ਵਾਲ ਸਾਰੇ ਕਾਲੇ ਸੀ। ਹੁਣ ਜਵਾਨੀ ਜਦੋਂ ਲੰਘ ਗਈ ਤੇ ਜਿਹੜੇ ਵਾਲ ਨੇ, ਕੇਸ ਨੇ, ਉਹ ਚਿੱਟਿਆਂ ਦੇ ਵਿੱਚ ਕਨਵਰਟ ਹੋ ਗਏ। ਕਬੀਰ ਸਾਹਿਬ ਕਹਿੰਦੇ ਨੇ ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ। ਭਵਰ ਦਾ ਮਤਲਬ ਵੀ ਇੱਥੇ ਕਾਲੇ ਵਾਲ ਨੇ। ਬੱਗ ਬੈਠੇ ਆਏ। ਭਵਰ ਦਾ ਮਤਲਬ ਭੌਰਾ ਜੀ, ਬੰਬਲਬੀ। ਬੱਗ ਦਾ ਮਤਲਬ ਹੈ ਜੀ ਬਗਲਾ। ਕਬੀਰ ਸਾਹਿਬ ਕਹਿੰਦੇ ਕਿ ਕਾਲੇ ਵਾਲ ਚਲੇ ਗਏ ਨੇ, ਬਗਲਾ ਮੀਨਸ ਚਿੱਟਾ, ਚਿੱਟੇ ਵਾਲ ਆ ਚੁੱਕੇ ਨੇ। ਮਤਲਬ ਬੁਢੇਪਾ ਆ ਚੁੱਕਾ ਏ। ਜਵਾਨੀ ਲੰਘ ਗਈ, ਬੁਢੇਪੇ ਨੇ ਆਣ ਕੇ ਦਸਤਕ ਦੇ ਦਿੱਤੀ ਹੈ, ਪਰ ਅਜੇ ਤੱਕ ਕਹਿੰਦੇ ਮੈਂ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਹੀ ਨਹੀਂ। ਜਿਸ ਕੰਮ ਦੇ ਵਾਸਤੇ ਪ੍ਰਮਾਤਮਾ ਨੇ ਮੈਨੂੰ ਭੇਜਿਆ ਇਸ ਦੁਨੀਆ ਦੇ ਵਿੱਚ, ਉਹ ਮੈਂ ਕੀਤਾ ਹੀ ਨਹੀਂ। ਇਹ ਚਿੰਤਾ ਹੈ। ਕੀਤਾ ਕੀ ਹੈ? ਕੀਤਾ ਸਿਰਫ ਇੰਨਾ ਹੈ, ਕਹਿੰਦੇ ਸਾਰੀ ਜ਼ਿੰਦਗੀ ਮੈਂ ਮਾਇਆ ਦੇ ਵਿੱਚ ਹੀ ਫਸਿਆ ਰਹਿ ਗਿਆ। ਮਾਇਆ ਦੇ ਨਾਲੋਂ ਮੇਰਾ ਮੋਹ ਇੱਕ ਪਲ ਵਾਸਤੇ ਟੁੱਟਾ ਹੀ ਨਹੀਂ। ਤੇ ਜੇਕਰ ਕਬੀਰ ਸਾਹਿਬ ਦਾ ਇੱਕ ਸ਼ਲੋਕ ਪੜ੍ਹੀਏ ਨਾ, ਤੇ ਉਹਨਾਂ ਨੇ ਬੜੀ ਐਗਜ਼ਾਮਪਲ ਦੇ ਨਾਲ, ਬੜੇ ਪਿਆਰ ਦੇ ਨਾਲ ਸਮਝਾਇਆ ਇਨਸਾਨ ਦੀ ਇਸ ਹਾਲਤ ਨੂੰ, ਬਿਆਨ ਕੀਤਾ ਉਸ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਨੇ। ਪਤਾ ਕੀ ਕਹਿੰਦੇ? ਕਹਿੰਦੇ ਕਬੀਰ ਹੰਸ ਉੱਡਿਓ ਤਨ ਗਾਡਿਓ ਸੋ ਜਾਈ ਸੈਨਾ। ਇੱਦਾਂ ਕਹਿ ਲਈਏ, ਕਹਿੰਦੇ ਕੋਈ ਬਜ਼ੁਰਗ
ਉਹਦੇ 3-4 ਪੁੱਤਰ ਨੇ, ਅੰਤਲੇ ਸਵਾਸਾਂ ਦੇ ਉੱਤੇ ਹੈ। ਹੁਣ ਦੇਖਿਓ, ਜਿਹੜਾ ਇਨਸਾਨ ਮਾਇਆ ਦੇ ਮੋਹ ਦੇ ਵਿੱਚ ਬੁਰੀ ਤਰ੍ਹਾਂ ਫਸ ਜਾਂਦਾ ਹੈ ਨਾ, ਉਹ ਇਸ ਮੋਹ ਦੇ ਵਿੱਚੋਂ ਸਾਰੀ ਜ਼ਿੰਦਗੀ ਨਿਕਲ ਹੀ ਨਹੀਂ ਪਾਉਂਦਾ। ਸਾਰੀ ਜ਼ਿੰਦਗੀ ਦਾ ਕੀ ਪਤਾ ਹੈ ਕਿ ਹੁਣ ਮੇਰਾ ਅੰਤਲਾ ਸਮਾਂ ਆ ਗਿਆ, ਉਸ ਅੰਤਲੇ ਸਮੇਂ ਦੇ ਵਿੱਚ ਵੀ ਮਾਇਆ ਦਾ ਮੋਹ ਨਹੀਂ ਜੇ ਉਹਦੇ ਅੰਦਰੋਂ ਜਾਂਦਾ। ਕਹਿੰਦੇ ਉਹ ਬਜ਼ੁਰਗ ਜਿਹੜਾ ਹੈ ਅੰਤਲੇ ਸਵਾਸਾਂ ਦੇ ਉੱਤੇ ਹੈ। ਕਿਸੇ ਵੀ ਸਮੇਂ ਜਿਹੜੇ ਸਵਾਸ ਨੇ ਉਹ ਪੂਰੇ ਹੋ ਸਕਦੇ ਨੇ, ਮੌਤ ਆ ਸਕਦੀ ਹੈ। ਆਪਣੇ ਪਰਿਵਾਰ ਨੂੰ ਇਕੱਠਾ ਕੀਤਾ, ਆਪਣੇ ਪੁੱਤਰਾਂ ਨੂੰ ਆਵਾਜ਼ਾਂ ਮਾਰਦਾ ਹੈ, ਛੋਟੇ ਨੂੰ ਆਵਾਜ਼ ਮਾਰੀ, ਵੱਡੇ ਨੂੰ ਆਵਾਜ਼ ਮਾਰੀ, 2 ਨੰਬਰ ਜਿਹੜਾ ਹੈ 3 ਨੰਬਰ ਚੌਥੇ ਨੂੰ ਵੀ ਆਵਾਜ਼ ਮਾਰ ਲਈ। ਜਦੋਂ ਚਾਰੇ ਦੇ ਚਾਰੇ ਪੁੱਤਰ ਇਕੱਠੇ ਹੋ ਗਏ ਨਾ, ਤੇ ਸਾਧ ਸੰਗਤ ਉਹਨਾਂ ਚਵਾਂ ਨੂੰ ਘਰ ਦੇ ਵਿੱਚ ਦੇਖ ਕੇ ਪਤਾ ਕੀ ਕਿਹਾ ਉਸ ਬਜ਼ੁਰਗ ਨੇ? ਕਹਿਣ ਲੱਗਾ, ਮੂਰਖੋ, ਤੁਸੀਂ ਚੌਵੇਂ ਘਰ ਦੇ ਵਿੱਚ ਬੈਠੇ ਹੋ ਤੇ ਦੁਕਾਨ ਦੀ ਦੇਖਭਾਲ ਕੌਣ ਕਰਦਾ ਪਿਆ ਹੈ? ਸਵਾਸ ਨਿਕਲਣ ਵਾਲੇ ਨੇ। ਪਤਾ ਨਹੀਂ ਕਿ ਆ ਜਿਨ੍ਹਾਂ ਸਵਾਸਾਂ ਦੇ ਨਾਲ ਜਿਹੜੇ 2-4 ਲਫ਼ਜ਼ ਬੋਲਦਾ ਪਿਆ, ਪਤਾ ਨਹੀਂ ਅਗਲਾ ਲਫ਼ਜ਼, ਅਗਲਾ ਵਰਡ ਜ਼ੁਬਾਨ ਤੋਂ ਨਿਕਲਣਾ ਹੈ ਕਿ ਨਹੀਂ ਨਿਕਲਣਾ। ਪਰ ਅਜੇ ਵੀ ਚਿੰਤਾ ਇਹ ਹੈ ਕਿ ਇਹ ਚਾਰੇ ਦੇ ਚਾਰੇ ਪੁੱਤਰ ਮੇਰੇ ਘਰ ਬੈਠੇ ਨੇ, ਦੁਕਾਨ ਇਹਨਾਂ ਨੇ ਖਾਲੀ ਛੱਡੀ ਹੈ। ਮਤਲਬ ਕੀ ਹੈ ਕਿ ਅਜੇ ਵੀ ਮਾਇਆ ਦਾ ਜਿਹੜਾ ਜ਼ੋਰ ਹੈ ਅੰਦਰੋਂ ਖਤਮ ਨਹੀਂ ਹੋਇਆ, ਮਾਇਆ ਦਾ ਮੋਹ ਅਜੇ ਟੁੱਟਾ ਨਹੀਂ ਹੈ। ਇਹ ਨਹੀਂ ਮਨ ਦੇ ਵਿੱਚ ਵਿਚਾਰ ਆਈ ਕਿ ਚੱਲ ਹੁਣ ਮੈਂ ਤਾਂ ਸੰਸਾਰ ਤੋਂ ਜਾ ਰਿਹਾ, ਕਿਤੇ ਹੁਣ ਹੀ ਅੰਤਲੇ ਸਮੇਂ ਦੇ ਵਿੱਚ ਪਰਮਾਤਮਾ ਨੂੰ ਯਾਦ ਕਰ ਲਾਂ। ਪਰ ਨਹੀਂ। ਕਬੀਰ ਸਾਹਿਬ ਕਹਿੰਦੇ, ਕਬੀਰ ਹੰਸ ਉੱਡਿਓ ਤਨ ਗਾਡਿਓ ਸੋ ਜਾਈ ਸੈਨਾ। ਸੈਨਾ ਦਾ ਮਤਲਬ ਸੈਨਤ ਮਾਰਨੀ, ਇਸ਼ਾਰਾ ਕਰਕੇ ਕਹਿਣਾ ਕਿਸੇ ਨੂੰ। ਬੋਲਿਆ ਭਾਵੇਂ ਨਹੀਂ ਜਾ ਰਿਹਾ, ਇਸ਼ਾਰੇ ਦੇ ਨਾਲ ਗੱਲ ਸਮਝਾਈ ਜਾ ਰਹੀ ਹੈ ਕਿ ਤੁਸੀਂ ਇੱਥੇ ਬੈਠੇ ਹੋ, ਦੁਕਾਨ ਤੇ ਕੌਣ ਹੈ? ਕਹਿੰਦੇ ਅਜਹੂ ਜਿਉ ਨਾ ਛੋਡਾਈ ਰੰਕਾਈ ਨੈਣਾ। ਕਹਿੰਦੇ ਦੇਖੋ, ਮੌਤ ਸਿਰ ਤੇ ਖੜੀ ਹੈ, ਪਰ ਇਨਸਾਨ ਦੀ ਹਾਲਤ ਐਸੀ ਹੈ ਕਿ ਅੰਤਲੇ ਸਵਾਸਾਂ ਦੇ ਉੱਤੇ ਵੀ ਮਾਇਆ ਦਾ ਮੋਹ ਨਹੀਂ ਜੇ ਤਿਆਗਦਾ ਪਿਆ। ਬਸ ਇਸੇ ਹੀ ਚਿੰਤਾ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਇਹੀ ਪ੍ਰੋਬਲਮ ਹੈ ਕਿ ਜ਼ਿੰਦਗੀ ਜਿਹੜੀ ਹੈ ਮਾਇਆ ਦੇ ਮੋਹ ਦੇ ਵਿੱਚ, ਮਾਇਆ ਦੀ ਭੱਜ ਦੌੜ ਦੇ ਵਿੱਚ ਨਿਕਲ ਗਈ। ਜਵਾਨੀ ਵੀ ਚਲੀ ਗਈ ਹੈ, ਬੁਢੇਪਾ ਜਿਹੜਾ ਹੈ ਉਹ ਆ ਗਿਆ ਹੈ, ਤੇ ਅਜੇ ਵੀ ਇਸ ਮਾਇਆ ਦਾ ਮੋਹ ਜਿਹੜਾ ਹੈ ਉਹ ਨਹੀਂ ਟੁੱਟਦਾ ਪਿਆ। ਕਬੀਰ ਸਾਹਿਬ ਕਹਿੰਦੇ ਇਹੀ ਚਿੰਤਾ ਹੈ, ਪਤਾ ਨਹੀਂ ਰੱਬ ਮੇਰੇ ਨਾਲ ਕਰੇਗਾ ਕੀ। ਪਰ ਖਿਆਲ ਕਰਿਓ ਸਾਧ ਸੰਗਤ, ਸਤਿਗੁਰਾਂ ਨੇ ਸਾਨੂੰ ਵਾਰ-ਵਾਰ ਬਾਣੀ ਦੇ ਵਿੱਚ ਸਮਝਾਇਆ। ਕਹਿਣ ਲੱਗੇ ਇਨਸਾਨ ਦਾ ਮੇਨ ਮਕਸਦ ਹੀ ਇਹ ਹੈ ਕਿ ਉਸ ਪਰਮਾਤਮਾ ਦੇ ਨਾਲ ਮਿਲੇ, ਪਰਮਾਤਮਾ ਦੇ ਨਾਲ ਇਹਦਾ ਮੇਲ ਹੋ ਜਾਏ, ਤੇ ਉਹਦੇ ਮੇਲ ਦੇ ਲਈ ਕੋਸ਼ਿਸ਼ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਐਜ਼ ਸੂਨ ਐਜ਼ ਪੋਸੀਬਲ, ਜਿੰਨਾ ਛੇਤੀ ਹੋ ਸਕੇ। ਕਿਉਂਕਿ ਇਹ ਜਿਹੜੇ ਸੰਸਾਰ ਦੇ ਪਦਾਰਥ ਨੇ, ਮਾਇਆ ਹੈ ਨਾ, ਇਹਨੇ ਹਮੇਸ਼ਾ ਸਾਥ ਨਹੀਂ ਜੀ ਦੇਣਾ, ਇਹਨੇ ਇੱਕ ਦਿਨ ਸਾਥ ਛੱਡ ਕੇ ਚਲੇ ਜਾਣਾ ਹੈ। ਇਹ ਮਾਇਆ ਤਾਂ ਐਸੀ ਹੈ, ਬਾਣੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਹਿੰਦੇ ਇਹਦਾ ਭਰੋਸਾ ਕੋਈ ਨਹੀਂ ਜੀ। ਇਹ ਇੱਕ ਐਸੀ ਔਰਤ ਹੈ, ਮਾਇਆ ਨੂੰ ਇੱਕ ਔਰਤ ਦੇ ਨਾਲ ਕੰਪੇਅਰ ਕਰਦੇ ਪਏ ਨੇ। ਇੱਕ ਐਸੀ ਔਰਤ ਹੈ ਜਿਹੜੀ ਕਦੀ ਕਿਸੇ ਦੀ ਤੇ ਕਦੇ ਕਿਸੇ ਦੀ, ਕਦੇ ਇੱਕ ਦੀ ਨਹੀਂ ਜੀ ਹੋ ਕੇ ਰਹਿੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਸ ਮਾਇਆ ਦਾ ਭਰੋਸਾ ਹੀ ਕੋਈ ਨਹੀਂ, ਜਿਸ ਮਾਇਆ ਨੇ ਇੱਕ ਪਲ ਦੇ ਵਿੱਚ ਤੁਹਾਡਾ ਸਾਥ ਛੱਡ ਜਾਣਾ ਹੈ, ਉਹਦੇ ਨਾਲੋਂ ਮੋਹ ਨੂੰ ਤੋੜ ਕੇ, ਉਹਦੇ ਨਾਲੋਂ ਅਟੈਚਮੈਂਟ ਨੂੰ ਤੋੜ ਕੇ ਪਰਮਾਤਮਾ ਦੇ ਨਾਲ ਜ਼ਰੂਰ ਜੋੜਨਾ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਨਸਾਨ ਦੀ ਹਾਲਤ ਕੀ ਹੁਣ ਹੋਈ ਹੈ ਕਿ ਸਿਰ ਕੰਪਿਓ ਪੱਗ ਡਗਮਗੇ। ਇਹ ਵੀ ਗੱਲ ਹੈ ਨਾ ਸਾਧ ਸੰਗਤ, ਜਦੋਂ ਜਵਾਨੀ ਦੇ ਵਿੱਚ ਇਨਸਾਨ ਹੁੰਦਾ ਹੈ ਨਾ, ਉਦੋਂ ਸੋਚਦਾ ਹੈ ਕਿ ਚਲੋ ਮੈਂ 4 ਪੈਸੇ ਇਕੱਠੇ ਕਰ ਲਵਾਂ, ਮੇਰਾ ਬੁਢੇਪਾ ਸੌਖਾ ਲੰਘ ਜਾਏਗਾ। ਤੇ ਜਦੋਂ ਜਵਾਨੀ ਦੇ ਵਿੱਚ ਕਿਸੇ ਨੂੰ ਕਿਹਾ ਜਾਂਦਾ ਨਾ, ਭਲਿਆ ਰੱਬ ਦੀ ਬੰਦਗੀ ਕਰ ਲਿਆ ਕਰ, ਕਿਤੇ ਰੱਬ ਰੱਬ ਕਰ ਲਿਆ ਕਰ, ਤੇ ਜਵਾਬ ਅੱਗੋਂ ਹੀ ਹੁੰਦਾ ਹੈ, ਬੜੀ ਗਿਆਨੀ ਜੀ ਉਮਰ ਪਈ ਹੈ ਜੀ, ਕੋਈ ਨਹੀਂ ਬੁੱਢੇ ਵਾਰੀ ਜਪ ਲਾਂਗੇ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਜਦੋਂ ਬੁਢੇਪਾ ਸਿਰ ਤੇ ਆਉਂਦਾ ਹੈ ਨਾ, ਤੇ ਉਦੋਂ ਫਿਰ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਉਸ ਟਾਈਮ ਤੇ ਫਿਰ ਜ਼ੁਬਾਨ ਜਿਹੜੀ ਹੈ ਨਾ, ਉਹਦੇ ਵਿੱਚ ਤਾਕਤ ਨਹੀਂ ਰਹਿ ਗਈ ਕਿ ਕੁਝ ਬੋਲ ਸਕੇ, ਉਦੋਂ ਫਿਰ ਜਪਿਆ ਨਹੀਂ ਜਾਂਦਾ। ਤੇ ਜੇਕਰ ਜਵਾਨੀ ਦੇ ਵਿੱਚ ਜਪਿਆ ਹੈ ਨਾ, ਜਵਾਨੀ ਦੇ ਵਿੱਚ ਜਪਿਆ ਹੋਇਆ ਪਰਮਾਤਮਾ ਦਾ ਨਾਮ, ਕੀਤੀ ਹੋਈ ਜਿਹੜੀ ਬੰਦਗੀ ਹੈ ਨਾ, ਉਹ ਬੁਢੇਪੇ ਦੇ ਵਿੱਚ ਸਾਥ ਦੇਏਗੀ। ਕਿਉਂਕਿ ਬੁਢੇਪਾ ਇੱਕ ਐਸਾ ਹੈ ਸਾਧ ਸੰਗਤ, ਬਾਬਾ ਫਰੀਦ ਜੀ ਦਾ ਸ਼ਲੋਕ ਬੜਾ ਪਿਆਰਾ ਜੀ। ਬਾਬਾ ਫਰੀਦ ਜੀ ਪਤਾ ਕੀ ਕਹਿੰਦੇ? ਕਹਿੰਦੇ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਮ। ਇੰਨੀ ਦਾ ਮਤਲਬ ਹੈ ਇੰਨਾ, ਨਿੱਕੀ ਦਾ ਮਤਲਬ ਹੈ ਆ ਨਿੱਕੀਆਂ ਜਿਹੀਆਂ, ਜੰਗੀ ਹੈ, ਜੰਗੀਆ ਦਾ ਮਤਲਬ ਹੈ ਲੱਤਾਂ ਸਾਡੀਆਂ, ਲੈਗਸ। ਬਾਬਾ ਫਰੀਦ ਜੀ ਕਹਿੰਦੇ ਇਹਨਾਂ ਛੋਟੀਆਂ ਲੱਤਾਂ ਦੇ ਨਾਲ
ਥਲ ਡੂੰਗਰ ਭਵਿਓਮ, ਕਹਿੰਦੇ ਮੈਂ ਬੜਾ ਤੁਰਿਆ ਫਿਰਿਆ ਵਾਂ, ਬੜੀ ਸੈਰ ਕੀਤੀ ਇਹਨਾਂ ਲੱਤਾਂ ਦੇ ਨਾਲ, ਇਹਨਾਂ ਦੇ ਸਹਾਰੇ। ਕਦੇ ਪਹਾੜਾਂ ਦੇ ਉੱਤੇ ਵੀ ਮੈਂ ਇਹਨਾਂ ਦੇ ਨਾਲ ਚੜ੍ਹ ਜਾਂਦਾ ਰਿਹਾ, ਕਈ ਦੇਸ਼ ਮੈਂ ਟਰੈਵਲ ਕਰਕੇ ਦੇਖ ਲਏ ਨੇ। ਪਰ ਹੁਣ ਜਦੋਂ ਜਵਾਨੀ ਨਿਕਲ ਗਈ, ਬੁਢੇਪਾ ਆ ਗਿਆ ਹੈ ਨਾ, ਹੁਣ ਕੀ ਹੋਇਆ ਪਿਆ ਹੈ? ਇਹੀ ਉਹੀ ਲੱਤਾਂ ਨੇ ਜਿਨ੍ਹਾਂ ਦੇ ਨਾਲ ਮੈਂ ਕਦੀ ਕਿਸੇ ਦੇਸ਼, ਕਦੇ ਕਿਸੇ ਦੇਸ਼, ਕਦੇ ਕਿਸੇ ਪਹਾੜ ਦੇ ਉੱਤੇ, ਕਦੇ ਕਿਸੇ ਪਹਾੜ ਦੇ ਉੱਤੇ ਚੜ੍ਹ ਜਾਂਦਾ ਰਿਹਾ। ਅੱਜ ਹਾਲਤ ਐਸੀ ਹੋਈ ਪਈ ਹੈ ਕਿ ਇੱਕ ਪਾਣੀ ਦਾ ਗਿਲਾਸ ਮੇਰੇ ਸਾਹਮਣੇ ਪਿਆ ਹੈ, ਇਹਨਾਂ ਲੱਤਾਂ ਦੇ ਵਿੱਚ ਇੰਨੀ ਤਾਕਤ ਨਹੀਂ ਰਹਿ ਗਈ ਕਿ ਮੈਂ ਉੱਠ ਕੇ ਉਸ ਪਾਣੀ ਦੇ ਗਿਲਾਸ ਨੂੰ ਫੜ ਸਕਾਂ। ਬਾਬਾ ਫਰੀਦ ਜੀ ਕਹਿੰਦੇ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਮ, ਅੱਜ ਫਰੀਦਾ ਕੂੰਜੜਾ ਸੈਕੋਹਾਂ ਥੀਓਮ। ਕਹਿੰਦੇ ਅੱਜ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਛੋਟਾ ਜਿਹਾ ਪਾਣੀ ਦਾ ਜਿਹੜਾ ਗਿਲਾਸ ਹੈ ਨਾ, ਇਹ ਕਈ ਕਿਲੋਮੀਟਰ ਦੂਰ ਪਿਆ ਹੋਇਆ ਮੇਰੇ ਕੋਲੋਂ। ਕਿਉਂਕਿ ਅੱਜ ਇਹਨਾਂ ਲੱਤਾਂ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਉੱਠ ਕੇ ਮੈਂ ਉਸ ਗਿਲਾਸ ਨੂੰ ਹੱਥ ਦੇ ਵਿੱਚ ਪਕੜ ਸਕਾਂ। ਤੇ ਸਾਧ ਸੰਗਤ, ਇਹ ਬੁਢੇਪੇ ਦੀ ਨਿਸ਼ਾਨੀ ਹੈ ਕਿ ਸਰੀਰ ਦੇ ਵਿੱਚੋਂ ਤਾਕਤ ਚਲੀ ਜਾਂਦੀ ਹੈ। ਕਬੀਰ ਸਾਹਿਬ ਨੇ ਕਿਹਾ ਨਾ, ਥਾਕੇ ਨੈਣ ਸਰਵਣ ਸੁਣ ਥਾਕੇ। ਅੱਖਾਂ ਦੇ ਵਿੱਚੋਂ ਜਿਹੜੀ ਰੌਸ਼ਨੀ ਹੈ, ਲਾਈਟ ਹੈ, ਦੇਖਣ ਦੀ ਸ਼ਕਤੀ ਜਿਹੜੀ ਹੈ ਉਹ ਘਟ ਜਾਂਦੀ ਹੈ। ਕੰਨਾਂ ਦੇ ਵਿੱਚੋਂ ਸੁਣਨ ਦੀ ਸ਼ਕਤੀ ਘਟ ਜਾਂਦੀ ਹੈ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਇਹ ਸੋਹਣਾ ਸਰੀਰ ਜਿਸ ਨੂੰ ਇਨਸਾਨ ਬੜਾ ਸੰਭਾਲ ਕੇ ਰੱਖਦਾ ਹੈ। ਜਦੋਂ, ਮਾਫ ਕਰਨਾ ਮੈਂ ਵਰਡ ਯੂਜ਼ ਕਰਨ ਲੱਗਾ, ਜਦੋਂ ਬੁਢੇਪਾ ਆਉਣਾ ਸ਼ੁਰੂ ਹੁੰਦਾ ਹੈ ਨਾ ਸਾਧ ਸੰਗਤ, ਵਾਲ ਕਾਲਿਆਂ ਤੋਂ ਚਿੱਟੇ ਹੋਣੇ ਸ਼ੁਰੂ ਹੁੰਦੇ ਨੇ, ਤੇ ਇਨਸਾਨ ਦੀ ਕੋਸ਼ਿਸ਼ ਇਹੀ ਹੁੰਦੀ ਹੈ ਹਮੇਸ਼ਾ ਹੀ ਕਿ ਮੈਨੂੰ ਦੇਖ ਕੇ ਕੋਈ ਬੁੱਢਾ ਨਾ ਕਹਿ ਦੇ। ਉਹ ਫਿਰ ਚਿੱਟਿਆਂ ਨੂੰ ਵੀ ਕਾਲੇ ਕਰਨਾ ਸ਼ੁਰੂ ਕਰ ਦਿੰਦਾ ਹੈ। ਇੱਕ ਪ੍ਰਕਾਰ ਦਾ ਨਾ ਆਪਣੇ ਆਪ ਨੂੰ ਧੋਖਾ ਦੇਣਾ, ਅਸਲੀਅਤ ਤੋਂ ਭੱਜਣਾ ਹੈ, ਅਸਲੀਅਤ ਤੋਂ ਭੱਜਣਾ ਹੈ। ਕਹਿੰਦੇ ਇੱਕ ਨਾ ਐਡਵੋਕੇਟ ਸੀ, ਉਹਦੀ ਮੌਤ ਹੋ ਗਈ। ਜਦੋਂ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ, ਚਲੋ ਇਹਨੂੰ ਇਦਾਂ ਕਹਿ ਲਈਏ, ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚਿਆ। ਕਚਹਿਰੀ ਲੱਗੀ, ਵਕੀਲ ਜਿਹੜਾ ਹੈ ਜੀ ਉਹ ਪੇਸ਼ ਕੀਤਾ ਗਿਆ, ਐਡਵੋਕੇਟ ਪੇਸ਼ ਕੀਤਾ ਗਿਆ, ਤੇ ਉਹਨੇ ਸਾਹਮਣੇ ਜਾਂਦੇ ਧਰਮਰਾਜ ਨੂੰ ਇੱਕ ਗਿਲਾ ਕੀਤਾ, ਇੱਕ ਕੰਪਲੇਂਟ ਕੀਤੀ। ਕਹਿਣ ਲੱਗਾ, ਕਮਾਲ ਹੈ, ਮੈਂ ਐਜ਼ ਵਕੀਲ, ਸਾਡਾ ਇੱਕ ਨਿਯਮ ਹੈ ਕਿ ਜਦੋਂ ਕਿਸੇ ਨੂੰ ਅਦਾਲਤ ਦੇ ਵਿੱਚ ਬੁਲਾਉਣਾ ਹੋਵੇ ਤੇ ਉਹਨੂੰ ਸੰਮਣ ਭੇਜਿਆ ਜਾਂਦਾ ਹੈ, ਉਹਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੇਰੇ ਖਿਲਾਫ ਇਹ ਕੰਪਲੇਂਟ ਆਈ ਹੈ, ਤੇ ਤੂੰ ਕੋਰਟ ਦੇ ਵਿੱਚ ਪਹੁੰਚ ਕੇ ਤੇ ਹਾਜ਼ਰ ਹੋ, ਇਹਦਾ ਸਪਸ਼ਟੀਕਰਨ ਦੇ। ਕਹਿੰਦੇ ਤੁਸੀਂ ਨਾ ਕੋਈ ਲੈਟਰ, ਨਾ ਕੋਈ ਚਿੱਠੀ, ਨਾ ਕੋਈ ਸੰਮਣ, ਨਾ ਕੋਈ ਬੁਲਾਵਾ, ਤੁਸੀਂ ਡਾਇਰੈਕਟ ਹੀ ਕਹਿੰਦੇ ਮੈਨੂੰ ਬੁਲਾ ਲਿਆ ਇੱਥੇ, ਇਹ ਕੋਈ ਗੱਲ ਹੋਈ? ਤੇ ਉਹ ਧਰਮਰਾਜ ਕਹਿੰਦੇ ਬੜਾ ਮੁਸਕਰਾਇਆ, ਕਹਿਣ ਲੱਗਾ ਤੂੰ ਇੱਕ ਚਿੱਠੀ ਦੀ ਗੱਲ ਕਰਦਾ, ਇੱਕ ਸੰਮਣ ਦੀ ਗੱਲ ਕਰਦਾ, ਮੈਂ ਤਾਂ ਤੈਨੂੰ ਕਈ ਭੇਜੀਆਂ। ਕਹਿੰਦਾ ਮੈਨੂੰ ਮਿਲੀ ਕੋਈ ਨਹੀਂ। ਤੇ ਧਰਮਰਾਜ ਅੱਗੋਂ ਕਹਿੰਦਾ ਭੇਜੀਆਂ ਤਾਂ ਮੈਂ ਤੈਨੂੰ ਕਈ, ਮਿਲੀਆਂ ਵੀ ਤੈਨੂੰ ਸਾਰੀਆਂ ਹੀ, ਪਰ ਪ੍ਰੋਬਲਮ ਤੇਰੀ ਇਹ ਸੀ ਕਿ ਤੂੰ ਹਰ ਵਾਰ ਉਹਨੂੰ ਇਗਨੋਰ ਕਰ ਦਿੰਦਾ ਸੀ। ਕਹਿੰਦਾ ਮੈਂ ਇਗਨੋਰ ਕੋਈ ਨਹੀਂ ਕੀਤੀ, ਤੁਸੀਂ ਕਿਹੜੀ ਚਿੱਠੀ ਭੇਜੀ ਮੈਨੂੰ ਦੱਸੋ। ਤੇ ਫਿਰ ਉਹ ਦੱਸਦਾ ਅੱਗੋਂ ਜੀ, ਕਹਿੰਦਾ ਪਹਿਲਾਂ ਜਦੋਂ ਤੇਰੇ ਜਵਾਨੀ ਸੀ, ਜਵਾਨੀ ਤੋਂ ਬਾਅਦ ਜਦੋਂ ਥੋੜ੍ਹਾ ਬੁਢੇਪਾ ਆਉਣਾ ਸ਼ੁਰੂ ਹੋਇਆ ਨਾ, ਅੱਖਾਂ ਦੀ ਨਿਗਾਹ ਘਟਣੀ ਸ਼ੁਰੂ ਹੋ ਗਈ। ਇਹ ਪਹਿਲੀ ਚਿੱਠੀ ਸੀ, ਅੱਖਾਂ ਦੀ ਨਿਗਾਹ ਘਟਣੀ ਸ਼ੁਰੂ ਹੋ ਗਈ। ਇਹ ਇੱਕ ਸਿਪਟਮ ਸੀ ਕਿ ਹੁਣ ਬੁਢੇਪਾ ਆਉਣਾ ਸ਼ੁਰੂ ਹੋ ਗਿਆ ਹੈ, ਤੂੰ ਆਪਣੇ ਅੰਤਲੇ ਸਮੇਂ ਦੇ ਵੱਲ ਵੱਧਦਾ ਪਿਆ ਹੈ। ਕਬੀਰ ਸਾਹਿਬ ਦਾ ਬਚਨ, ਦਿਨ ਤੇ ਪਹਿਰ ਤੇ ਘਰੀਆਂ ਆਵ ਘਟੈ ਦਿਨ ਸੀਜੈ। ਦਿਨ ਦਿਨ ਕਰਕੇ ਤੇਰੀ ਜ਼ਿੰਦਗੀ ਜਿਹੜੀ ਉਹ ਘਟਦੀ ਜਾ ਰਹੀ ਹੈ, ਤੇ 100 ਦਿਨ ਆਵਣ ਲੱਗਾ। ਉਹ ਦਿਨ ਜਿਸ ਦਿਨ ਤੂੰ ਇਸ ਸੰਸਾਰ ਨੂੰ ਛੱਡ ਕੇ ਚਲਾ ਜਾਣਾ ਹੈ, ਉਹ ਦਿਨ ਨੇੜੇ ਆ ਰਿਹਾ ਹੈ। ਇਹ ਇੱਕ ਪਹਿਲੀ ਚਿੱਠੀ ਸੀ, ਪਹਿਲਾ ਸੰਮਣ ਸੀ ਤੇ ਇਸਨੂੰ ਤੈਨੂੰ ਕਿ ਤੇਰੀ ਅੱਖਾਂ ਦੀ ਨਿਗਾਹ ਘਟ ਗਈ। ਪਰ ਤੂੰ ਕੀ ਕੀਤਾ? ਤੂੰ ਸ਼ਾਪ ਦੇ ਉੱਤੇ ਜਾ ਕੇ ਆਪਣੀ ਅੱਖਾਂ ਵਾਸਤੇ ਇੱਕ ਐਨਕ ਬਣਵਾ ਲਈ, ਨਿਗਾਹ ਵਾਲੀ, ਇਗਨੋਰ ਕਰ ਦਿੱਤੀ ਪਹਿਲੀ ਚਿੱਠੀ। ਉਸ ਤੋਂ ਬਾਅਦ ਕਹਿੰਦੇ ਮੈਂ ਦੂਜੀ ਚਿੱਠੀ ਭੇਜੀ। ਦੂਜੀ ਚਿੱਠੀ ਇਹ ਸੀ ਕਿ ਤੇਰੇ ਕੋਲੋਂ ਚੱਲਿਆ ਨਹੀਂ ਸੀ ਜਾ ਰਿਹਾ, ਗੋਡਿਆਂ ਦੇ ਵਿੱਚ ਦਰਦ ਸ਼ੁਰੂ ਹੋ ਗਈ, ਤੇਰੇ ਕੋਲ ਉੱਠਿਆ ਨਾ ਜਾਣਾ, ਢੰਗ ਦੇ ਨਾਲ ਚੱਲਿਆ ਨਾ ਜਾਣਾ, ਬੈਠਿਆ ਨਾ ਜਾਣਾ। ਇਹ ਦੂਜੀ ਚਿੱਠੀ ਸੀ, ਪਰ ਤੂੰ ਇਸ ਨੂੰ ਵੀ ਇਗਨੋਰ ਕਰ ਦਿੱਤਾ ਜਦੋਂ ਤੂੰ ਗੋਡੇ ਚੇਂਜ ਕਰਾ ਲਏ। ਫਿਰ ਕਹਿੰਦੇ ਤੇਰੇ ਵਾਲ ਜਿਹੜੇ ਨੇ ਨਾ ਕਾਲਿਆਂ ਤੋਂ ਚਿੱਟੇ ਹੋਣੇ ਸ਼ੁਰੂ ਹੋਏ। ਇਹ ਤੀਜੀ ਸੀ, ਤੂੰ ਇਹਨੂੰ ਵੀ ਇਗਨੋਰ ਕਰ ਦਿੱਤਾ ਜਦੋਂ ਦੁਕਾਨ ਤੋਂ ਖਰੀਦ ਕੇ ਮਹਿੰਦੀ ਕਹਿ ਲਈਏ,
ਜਾਂ ਅੱਜ ਕੱਲ੍ਹ ਦੇ ਜਿਹੜੇ ਕਲਰ ਆਉਂਦੇ ਨੇ, ਜਾਂ ਅੱਜ ਕੱਲ੍ਹ ਜਿਹੜੇ ਸੈਲੂਨ ਵਗੈਰਾ ਨੇ ਉੱਥੇ ਜਾ ਕੇ ਵਾਲਾਂ ਨੂੰ ਰੰਗ ਜਿਹੜਾ ਕਰ ਲਿਆ ਜਾਂਦਾ ਹੈ, ਕਰਵਾ ਲਿਆ ਜਾਂਦਾ ਹੈ। ਕਹਿੰਦੇ ਤੂੰ ਉਹ ਵੀ ਇਗਨੋਰ ਕਰ ਦਿੱਤੀ। ਪਰ ਖਿਆਲ ਕਰੀ, ਭਾਵੇਂ ਵਾਲਾਂ ਨੂੰ ਤੂੰ ਕਾਲਿਆਂ ਤੋਂ ਜਿਹੜੇ ਚਿੱਟੇ ਹੋ ਰਹੇ ਸੀ ਉਹਨਾਂ ਨੂੰ ਫਿਰ ਦੁਬਾਰਾ ਕਾਲੇ ਕਰ ਲਿਆ, ਤੈਨੂੰ ਵਾਰ-ਵਾਰ ਕਾਲੇ ਕਰਨੇ ਪਏ, ਪਰ ਜਿਹੜਾ ਬੁਢੇਪਾ ਹੈ ਨਾ, ਜਿਹੜੀ ਸਰੀਰ ਦੀ ਤਾਕਤ ਹੈ, ਤੂੰ ਉਸ ਨੂੰ ਕਦੇ ਵੀ ਜਵਾਨੀ ਵਾਂਗ ਬਰਕਰਾਰ ਨਹੀਂ ਸੀ ਰੱਖ ਸਕਦਾ। ਬੁਢੇਪਾ ਆਉਣਾ ਹੀ ਆਉਣਾ ਹੈ, ਇਸ ਤੋਂ ਭੱਜਿਆ ਨਹੀਂ ਜਾ ਸਕਦਾ। ਹਾਂ, ਇਹਨੂੰ ਅਸੈਪਟ ਕਰ ਲਿਆ ਜਾਵੇ ਨਾ, ਸਮਝ ਲਿਆ ਜਾਵੇ ਕਿ ਹਾਂ ਇੱਕ ਕੁਦਰਤ ਦਾ ਨਿਯਮ ਹੈ ਕਿ ਇਹਨਾਂ ਕਾਲਿਆਂ ਨੇ ਇੱਕ ਦਿਨ ਚਿੱਟੇ ਹੋਣਾ ਹੀ ਹੋਣਾ ਹੈ, ਇਹਨੂੰ ਅਸੈਪਟ ਕਰ ਲਿਆ ਜਾਵੇ, ਪ੍ਰੋਬਲਮ ਕੋਈ ਨਹੀਂ। ਵੇਸਟ ਆਫ ਟਾਈਮ ਵੀ ਬਚੇਗਾ, ਵੇਸਟ ਆਫ ਮਨੀ ਵੀ ਬਚੇਗੀ, ਜੇਕਰ ਇਹਨਾਂ ਕੰਮਾਂ ਦੇ ਵਿੱਚੋਂ ਆਪਾਂ ਨਿਕਲ ਆਈਏ। ਕਬੀਰ ਸਾਹਿਬ ਕਹਿੰਦੇ, ਕਾਲੀ ਹੂੰ ਹੁਣ ਧੌਲੇ ਆਏ, ਕਾਲਿਆਂ ਤੋਂ ਹੁਣ ਚਿੱਟੇ ਹੋ ਗਏ ਨੇ, ਵੱਲ ਬੁਢੇਪਾ ਆ ਗਿਆ ਏ। ਤੇ ਇਹ ਬੁਢੇਪਾ ਬੜਾ ਦੁਖਦਾਈ, ਸਰੀਰ ਦੇ ਵਿੱਚੋਂ ਦਰਦਾਂ ਉੱਠਦੀਆਂ ਨੇ। ਪਰ ਖਿਆਲ ਕਰਿਓ ਸਾਧ ਸੰਗਤ, ਬੁਢੇਪਾ ਜਿਹੜਾ ਹੈ ਨਾ, ਹਰ ਇੱਕ ਦਾ ਦੁਖਦਾਈ ਨਹੀਂ ਜੀ ਹੁੰਦਾ। ਇੱਕ ਹੁੰਦੇ ਨੇ ਸਰੀਰ ਕਰਕੇ ਬੁੱਢੇ, ਇੱਕ ਹੁੰਦੇ ਨੇ ਸਰੀਰ ਕਰਕੇ ਬੁੱਢੇ, ਇੱਕ ਹੁੰਦੇ ਨੇ ਮਨ ਕਰਕੇ ਬੁੱਢੇ। ਮਨ ਕਰਕੇ ਇਨਸਾਨ ਜਵਾਨ ਵੀ ਹੋ ਸਕਦਾ ਹੈ ਬੁਢੇਪੇ ਦੇ ਵਿੱਚ, ਤੇ ਮਨ ਕਰਕੇ ਜਵਾਨੀ ਦੇ ਵਿੱਚ ਵੀ ਇਨਸਾਨ ਬੁੱਢਾ ਹੋ ਸਕਦਾ ਹੈ। ਬਾਣੀ ਦੇ ਵਿੱਚੋਂ ਤੁਹਾਨੂੰ ਦਰਸ਼ਨ ਹੋਣਗੇ। ਮਨ ਕਰਕੇ ਇੱਕ 80 ਸਾਲ ਦਾ ਬੁੱਢਾ ਜਵਾਨ ਹੋ ਸਕਦਾ ਹੈ, ਤੇ ਇੱਕ ਜਵਾਨ ਬੱਚਾ ਜਿਹੜਾ ਹੈ, ਮੁੰਡਾ ਜਿਹੜਾ ਹੈ, ਨੌਜਵਾਨ ਜਿਹੜਾ ਹੈ, ਉਹ ਬੁੱਢਾ ਵੀ ਹੋ ਸਕਦਾ ਹੈ ਮਨ ਕਰਕੇ। ਇਹ ਡਿਪੈਂਡ ਕਰਦਾ ਹੈ ਇਨਸਾਨ ਦੀ ਸੋਚ ਦੇ ਉੱਤੇ, ਸੋਚ ਦੇ ਉੱਤੇ ਵੀ ਡਿਪੈਂਡ ਕਰਦਾ ਹੈ, ਤੇ ਇਹ ਵੀ ਡਿਪੈਂਡ ਕਰਦਾ ਹੈ ਕਿ ਇਨਸਾਨ ਜੇਕਰ ਰੱਬ ਦੇ ਨਾਲ ਜੁੜਿਆ ਹੋਇਆ ਹੈ, ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਤੇ ਸਾਧ ਸੰਗਤ ਖਿਆਲ ਕਰਿਓ, ਫਿਰ ਉਹ ਬੁਢੇਪੇ ਦੇ ਵਿੱਚ ਵੀ ਨਾ 80 ਸਾਲ ਦੀ ਉਮਰ ਦੇ ਵਿੱਚ ਵੀ ਹੱਥ 'ਚ ਖੰਡਾ ਫੜ ਸਕਦਾ ਹੈ, ਉਹ ਵੀ 18 ਸੇਰ ਦਾ, 18 kg, 18 ਕਿਲੋ ਦਾ ਖੰਡਾ ਪਕੜ ਕੇ ਮੈਦਾਨੇ ਜੰਗ ਦੇ ਵਿੱਚ ਦੁਸ਼ਮਣਾਂ ਦੇ ਨਾਲ ਲੜ ਸਕਦਾ ਹੈ 80 ਸਾਲ ਦੀ ਉਮਰ ਦੇ ਵਿੱਚ। ਉਹ 80 ਸਾਲ ਜਿਸ ਉਮਰ ਦੇ ਵਿੱਚ ਬਜ਼ੁਰਗ ਦੇ ਕੋਲੋਂ ਢੰਗ ਦੇ ਨਾਲ ਤੁਰਿਆ ਵੀ ਨਹੀਂ ਨਾ ਜਾਂਦਾ, ਹੱਥ ਦੇ ਵਿੱਚ ਸਟਿਕ ਆ ਜਾਂਦੀ ਹੈ, ਉਸ 80 ਸਾਲ ਦੀ ਉਮਰ ਦੇ ਵਿੱਚ ਇੱਕ ਬਜ਼ੁਰਗ ਆਪਣੇ ਹੱਥ ਵਿੱਚ 18 ਸੇਰ ਦਾ ਖੰਡਾ ਫੜ ਕੇ ਦੁਸ਼ਮਣਾਂ ਦੇ ਨਾਲ ਲੜ ਵੀ ਸਕਦਾ ਹੈ। ਤੇ ਇੱਕ ਕੋਈ 12 ਕੁ ਸਾਲ ਦਾ ਬੱਚਾ, 12 ਕੁ ਸਾਲ ਦਾ ਬੱਚਾ, ਉਹ ਗੁਰੂ ਨਾਨਕ ਸਾਹਿਬ ਨੂੰ ਸਵਾਲ ਪਿਆ ਕਰਦਾ ਹੈ ਜੀ, ਕਹਿੰਦਾ ਬਾਬਾ ਮੈਨੂੰ ਦੱਸ ਕਿ ਜੀਵਨ ਕਿਵੇਂ ਸਫਲ ਹੋ ਸਕਦਾ ਹੈ, ਮੰਜ਼ਿਲ ਕਿਵੇਂ ਮਿਲ ਸਕਦੀ ਹੈ ਜੀਵਨ ਦੀ। ਤੇ ਬਾਬਾ ਨਾਨਕ ਕਹਿੰਦੇ ਅੱਗੋਂ, ਕਹਿੰਦੇ ਤੂੰ ਤੇ ਬੱਚਾ ਹੈ, ਤੂੰ ਤੇ ਬੱਚਾ ਹੈ, ਪਰ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ ਨੇ। ਬਾਬਾ ਬੁੱਢਾ ਜੀ 12 ਸਾਲ ਦੀ ਉਮਰ ਸੀ ਸਾਧ ਸੰਗਤ। ਕੋਈ ਬਚਪਨ ਦੇ ਵਿੱਚ ਵੀ ਬੁੱਢਾ ਹੋ ਸਕਦਾ ਹੈ, ਕੋਈ ਬੁਢੇਪੇ ਦੇ ਵਿੱਚ ਵੀ ਜਵਾਨ ਹੋ ਸਕਦਾ, ਡਿਪੈਂਡ ਕਰਦਾ ਹੈ ਮਨ ਦੀ ਅਵਸਥਾ ਦੇ ਉੱਤੇ। ਬਾਹਰੀ ਤੌਰ ਤੇ ਅਸੀਂ ਆਪਣੇ ਆਪ ਨੂੰ ਜਵਾਨ ਰੱਖਣ ਦੀਆਂ ਲੱਖ ਕੋਸ਼ਿਸ਼ਾਂ ਕਰਦੇ ਹਾਂ, ਪਰ ਸਾਧ ਸੰਗਤ ਜਵਾਨ ਰਹਿ ਨਹੀਂ ਸਕਦੇ। ਬੁਢੇਪਾ ਆਉਣਾ ਹੈ ਤੇ ਆਉਣਾ ਹੀ ਆਉਣਾ, ਇਹਨੂੰ ਰੋਕਿਆ ਨਹੀਂ ਜਾ ਸਕਦਾ, ਪਰ ਮਨ ਕਰਕੇ ਹਮੇਸ਼ਾ ਜਵਾਨ ਰਹਿ ਸਕਦੇ ਹਾਂ ਜੇ ਮਨ ਜਿਹੜਾ ਹੈ ਪਰਮਾਤਮਾ ਦੇ ਨਾਲ ਜੁੜ ਜਾਏ। ਇੱਕ ਨਾ ਈਰਾਨ ਦਾ ਹਕੀਮ ਹੋਇਆ ਹੈ ਜੀ, ਬੜਾ ਫੇਮਸ ਹਕੀਮ, ਉਹਦਾ ਨਾਂ ਜੀ ਲੁਕਮਾਨ। ਹਕੀਮ ਕਹਿ ਲਈਏ ਜੀ, ਅੱਜ ਦੀ ਸ਼ਬਦਾਵਲੀ 'ਚ ਡਾਕਟਰ ਕਹਿ ਲਈਏ। ਲੁਕਮਾਨ ਉਹਦਾ ਨਾਮ। ਤੇ ਉਹਦੇ ਕੋਲ ਨਾ ਇੱਕ ਜੀ ਬਜ਼ੁਰਗ ਦਵਾਈ ਲੈਣ ਵਾਸਤੇ ਚਲਾ ਗਿਆ। ਜਾ ਕੇ ਉਹਨੂੰ ਕਹਿੰਦਾ, ਲੁਕਮਾਨ ਨੂੰ ਕਹਿੰਦਾ, ਹਕੀਮ ਸਾਹਿਬ ਮੇਰੇ ਸਿਰ 'ਚ ਦਰਦ ਹੈ, ਦਰਦ ਜਾਂਦੀ ਨਹੀਂ, ਹੁੰਦੀ ਰਹਿੰਦੀ ਹੈ ਥੋੜ੍ਹੀ ਥੋੜ੍ਹੀ। ਉਹਨੇ ਬਜ਼ੁਰਗ ਵੱਲ ਗੌਰ ਦੇ ਨਾਲ, ਬੜੇ ਧਿਆਨ ਦੇ ਨਾਲ ਦੇਖਿਆ, ਕਹਿੰਦਾ ਬਾਬਾ ਹੋਰ ਗੱਲ ਕੋਈ ਨਹੀਂ, ਇਹ ਬੁਢੇਪੇ ਕਰਕੇ ਹੈ, ਤੇ ਬੁਢੇਪੇ ਦਾ ਮੇਰੇ ਕੋਲ ਇਲਾਜ ਕੋਈ ਨਹੀਂ। ਕਹਿੰਦਾ ਹਕੀਮ ਸਾਹਿਬ ਅੱਖਾਂ ਦੇ ਵਿੱਚੋਂ ਪਾਣੀ ਵੀ ਵਗਦਾ ਰਹਿੰਦਾ ਹੈ, ਬਾਬਾ ਇਹ ਬੁਢੇਪੇ ਕਰਕੇ ਹੈ, ਇਹਦਾ ਇਲਾਜ ਕੋਈ ਨਹੀਂ। ਕਹਿੰਦਾ ਹਕੀਮ ਸਾਹਿਬ ਲੱਤਾਂ ਦਰਦ ਕਰਦੀਆਂ ਰਹਿੰਦੀਆਂ ਨੇ, ਬਾਬਾ ਇਹ ਵੀ ਬੁਢੇਪੇ ਕਰਕੇ ਹੈ। ਕਹਿੰਦਾ ਜੀ ਮੇਰੇ ਨਾ ਆ ਜੋੜ ਜਿਹੜੇ, ਕਦੇ ਬਾਂਹ ਥੋੜ੍ਹੀ ਜਿਹੀ ਮੈਂ ਉੱਪਰ ਚੁੱਕਦਾ ਤੇ ਦਰਦ ਹੋਣ ਲੱਗ ਪੈਂਦੀ ਹੈ, ਕਹਿੰਦਾ ਇਹ ਵੀ ਬਾਬਾ ਬੁਢੇਪੇ ਕਰਕੇ ਹੀ ਹੈ। ਤੇ ਬਜ਼ੁਰਗ ਜਿਹੜਾ ਸੀ ਨਾ, ਉਹ ਕੁਰਸੀ ਤੋਂ ਉੱਠਿਆ ਤੇ ਗੁੱਸੇ ਦੇ ਵਿੱਚ ਇਹਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ। ਕਹਿੰਦਾ ਤੈਨੂੰ ਹਕੀਮ ਬਣਾ ਕਿਹਨੇ ਦਿੱਤਾ ਹੈ,
ਤੈਨੂੰ ਪਤਾ ਹੀ ਨਹੀਂ ਹੈ ਮੇਰੀ ਬਿਮਾਰੀ ਕੀ ਹੈ, ਤੂੰ ਦੱਸ ਹੀ ਨਹੀਂ ਸਕਦਾ। ਤੇ ਉਹ ਲੁਕਮਾਨ ਜਿਹੜਾ ਨਾ ਥੋੜ੍ਹਾ ਜਿਹਾ ਮੁਸਕਰਾਇਆ, ਕਹਿਣ ਲੱਗਾ ਬਾਬਾ ਜਿਹੜਾ ਤੂੰ ਹੁਣ ਗੁੱਸੇ ਦੇ ਵਿੱਚ ਆਣ ਕੇ ਮੈਨੂੰ ਗਾਲਾਂ ਕੱਢਦਾ ਪਿਆ ਨਾ, ਅਸਲ ਦੇ ਵਿੱਚ ਇਹਦਾ ਵੀ ਰੀਜ਼ਨ ਬੁਢੇਪਾ ਹੀ ਹੈ, ਤੇ ਬੁਢੇਪੇ ਦਾ ਇਲਾਜ ਕੋਈ ਨਹੀਂ। ਤੇ ਵਾਕਿਆ ਬੁਢੇਪੇ ਦਾ ਇਲਾਜ ਕੋਈ ਨਹੀਂ ਜੇ। ਬੁਢੇਪੇ ਤੋਂ ਜਿਹੜੀ ਅਗਲੀ ਅਵਸਥਾ ਹੈ ਨਾ, ਅਗਲੀ ਸਟੇਜ ਜਿਹੜੀ ਆਉਣੀ ਹੈ, ਉਹ ਮੌਤ ਹੀ ਹੈ। ਤੇ ਇਹਨੂੰ ਨੈਗੇਟਿਵ ਨਾ ਲਿਓ ਕਿ ਮੈਂ ਕਹਿ ਰਿਹਾ ਜੀ ਬੁਢੇਪੇ ਤੋਂ ਬਾਅਦ ਮੌਤ ਹੀ ਆਉਣੀ ਹੈ ਤੇ ਤੁਸੀਂ ਚਿੰਤਾ ਦੇ ਵਿੱਚ ਡੁੱਬ ਜਾਓ। ਇਹ ਤਾਂ ਯੂਨੀਵਰਸਲ ਟਰੁੱਥ ਹੈ ਨਾ ਕਿ ਬੁਢੇਪੇ ਤੋਂ ਬਾਅਦ ਮੌਤ ਆਉਣੀ ਹੈ। ਪਰ ਗੁਰੂ ਸਾਹਿਬ ਬਾਣੀ 'ਚ ਸਮਝਾਉਂਦੇ ਨੇ ਕਿ ਇਸ ਬੁਢੇਪੇ ਨੂੰ ਸਫਲ ਕਿਵੇਂ ਬਣਾਇਆ ਜਾਵੇ। ਕਿਤੇ ਬਸ ਆਹ ਦਵਾਈਆਂ ਖਾਂਦੇ ਨਾ ਚਲੇ ਜਾਈਏ ਦੁਨੀਆ ਤੋਂ। ਖਾਣੀਆਂ ਪੈਂਦੀਆਂ ਨੇ, ਕੋਈ ਨਾ ਕੋਈ ਰੋਗ, ਕੋਈ ਨਾ ਕੋਈ ਬਿਮਾਰੀ ਸਰੀਰ ਨੂੰ ਲੱਗ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਕਿ ਜਿੱਥੇ ਦਵਾਈਆਂ ਖਾ ਰਹੇ ਆ ਨਾ, ਉੱਥੇ ਨਾਲ ਕਿਤੇ ਪ੍ਰਮਾਤਮਾ ਦਾ ਨਾਮ ਰੂਪੀ ਔਖਦ ਵੀ ਖਾ ਲਿਆ ਕਰ, ਕਿਤੇ ਉਹਨੂੰ ਵੀ ਖਾ ਲਿਆ ਕਰ। ਜਿੱਥੇ ਬਿਮਾਰੀ ਤੇਰੇ ਸਰੀਰਕ ਤੌਰ ਤੇ ਰੋਗ ਤੈਨੂੰ ਕੱਟਦੀ ਹੈ, ਦੂਰ ਕਰਦੀ ਹੈ, ਜਿਹੜਾ ਪ੍ਰਮਾਤਮਾ ਦਾ ਨਾਮ ਰੂਪੀ ਔਖਦ ਹੈ, ਦਵਾਈ ਹੈ ਨਾ ਜਿਹੜੀ, ਉਹ ਤੇਰੇ ਆਤਮਿਕ ਤੌਰ ਤੇ ਰੋਗ ਕੱਟੇਗੀ, ਤੇਰਾ ਬੁਢੇਪਾ ਸਫਲ ਹੋ ਜਾਏਗਾ। ਸੋ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਮਹਾਰਾਜ ਇਹੀ ਗੱਲ ਸਾਨੂੰ ਸਮਝਾਉਂਦੇ ਪਏ ਨੇ। ਕਹਿੰਦੇ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ। ਸਿਰ ਕੰਬਦਾ ਪਿਆ ਜੀ, ਪੈਰਾਂ ਦੇ ਕੋਲੋਂ ਢੰਗ ਦੇ ਨਾਲ ਚੱਲਿਆ ਨਹੀਂ ਜਾ ਰਿਹਾ, ਖਲੋਤਾ ਨਹੀਂ ਜਾ ਰਿਹਾ, ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ, ਘਟ ਗਈ ਹੈ। ਪਰ ਕਹੋ ਨਾਨਕ ਇਹ ਬਿਦ ਭਈ ਤਉ ਨਾ ਹਰ ਰਸ ਲੀਨ। ਕਹਿੰਦੇ ਤੂੰ ਅਜੇ ਵੀ ਪ੍ਰਮਾਤਮਾ ਦੀ ਯਾਦ ਵਿੱਚ ਨਹੀਂ ਜੁੜਿਆ, ਤੈਨੂੰ ਅਜੇ ਵੀ ਨਹੀਂ ਪਤਾ ਲੱਗਾ ਕਿ ਤੇਰਾ ਜੀਵਨ ਜਿਹੜਾ ਉਹ ਲੰਘਦਾ ਜਾ ਰਿਹਾ ਹੈ, ਤੂੰ ਮੌਤ ਦੇ ਕਰੀਬ ਜਾ ਰਿਹਾ ਹੈ, ਅਜੇ ਵੀ ਤੂੰ ਮਾਇਆ ਦੇ ਮੋਹ ਦੇ ਵਿੱਚ ਹੀ ਫਸਿਆ ਪਿਆ ਹੈ। ਕਬੀਰ ਸਾਹਿਬ ਕਹਿੰਦੇ ਤੂੰ ਰੱਬ ਦੀ ਯਾਦ ਵਿੱਚ ਜੁੜ। ਕਿਉਂਕਿ ਜੇਕਰ ਹੁਣ ਨਾ ਜੁੜ ਪਾਇਆ ਤੇ ਫਿਰ ਕਦੇ ਜੁੜ ਹੀ ਨਹੀਂ ਪਾਉਣਾ ਤੂੰ। ਕਿਉਂ ਜੀ, ਫਿਰ ਕਿਉਂ ਨਹੀਂ ਜੁੜ ਪਾਉਣਾ? ਕਿਉਂਕਿ ਕਬੀਰ ਸਾਹਿਬ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰਿੰਗ ਪਾਨੀ। ਕਹਿੰਦੇ ਜਦੋਂ ਤੱਕ ਅਜੇ ਜਰਾ ਰੋਗ ਨਹੀਂ ਆਇਆ, ਜਦੋਂ ਤੱਕ ਅਜੇ ਬੁਢੇਪਾ ਨਹੀਂ ਆਇਆ, ਜਪ ਰੱਬ ਨੂੰ। ਕਾਲ ਗ੍ਰਸੀ ਨਹੀਂ ਕਾਇਆ, ਅਜੇ ਮੌਤ ਨਹੀਂ ਤੈਨੂੰ ਆਈ, ਜਪ ਰੱਬ ਨੂੰ। ਅਜੇ ਤੇਰੀ ਜ਼ੁਬਾਨ ਜਿਹੜੀ ਹੈ ਤੂੰ ਬੋਲ ਸਕਦਾ ਹੈ, ਅਜੇ ਜ਼ੁਬਾਨ ਦੇ ਵਿੱਚ ਪਾਵਰ ਹੈ ਕਿ ਤੂੰ ਬੋਲ ਸਕਦਾ ਹੈ, ਜਪ ਲਾ ਰੱਬ ਨੂੰ। ਜੇ ਨਾ ਜਪਿਆ ਤੇ ਫਿਰ ਅਬ ਨਾ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਜੇ ਹੁਣ ਨਹੀਂ ਜਪੇਗਾ ਤੇ ਫਿਰ ਕਦੋਂ ਜਪੇਗਾ? ਜਦੋਂ ਅੰਤ ਆ ਗਿਆ ਨਾ, ਫਿਰ ਨਹੀਂ ਕਹਿੰਦੇ ਜਪਿਆ ਜਾਣਾ। ਤੇ ਕਬੀਰ ਸਾਹਿਬ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਜੀ ਬਾਣੀ 'ਚ। ਪਤਾ ਕੀ ਕਹਿੰਦੇ ਮੰਨ ਲਾ ਤੂੰ ਕਹਿੰਦਾ ਕਿ ਮੈਂ ਬਾਅਦ 'ਚ ਜਪ ਲਾਂਗਾ ਜੀ, ਉਮਰ ਬੜੀ ਪਈ ਹੈ। ਜੇ ਇੱਦਾਂ ਕਰਦਿਆਂ ਹੀ ਟੋਲ ਦਿਨ ਗਿਆ, ਵਿਆਜ ਬੜੰਤੋ ਜਾਏ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਬਸ ਕੱਲ ਕਰਦਿਆਂ ਹੀ ਜੇਕਰ ਤੂੰ ਦੁਨੀਆ ਤੋਂ ਚਲਾ ਗਿਆ ਤੇ ਫਿਰ ਕੀ ਕਰੇਗਾ? ਮੰਨ ਲਾ ਕਹਿੰਦੇ ਕਿ ਤੂੰ ਇੱਕ ਬਲਦ ਦੀ ਜੂਨ ਦੇ ਵਿੱਚ ਚਲਾ ਗਿਆ, ਅਗਲਾ ਜਨਮ ਜਿਹੜਾ ਤੇਰਾ ਉਹ ਔਕਸ ਦਾ, ਇੱਕ ਬਲਦ ਦਾ ਹੋ ਗਿਆ, ਉਦੋਂ ਕਿਸ ਤਰ੍ਹਾਂ ਜਪ ਲਏਗਾ? ਹੁਣ ਤਾਂ ਤੈਨੂੰ ਰੱਬ ਨੇ ਜ਼ੁਬਾਨ ਦਿੱਤੀ ਹੈ, ਤੂੰ ਜਪ ਸਕਦਾ ਹੈ, ਪਰ ਖਿਆਲ ਕਰੀ ਅਗਲਾ ਜਨਮ ਜੇਕਰ ਤੈਨੂੰ ਕਿਸੇ ਬਲਦ ਦਾ ਮਿਲ ਗਿਆ ਨਾ, ਜਪਿਆ ਨਹੀਂ ਜਾਣਾ। ਕਬੀਰ ਸਾਹਿਬ ਦਾ ਵਚਨ ਹੈ, ਕਹਿੰਦੇ ਚਾਰ ਪਾਮ ਦੋਏ ਸਿੰਘ ਗੰਗ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ, ਫਾਟੇ ਨਾਕਨ ਟੂਟੇ ਕਾਦਨ, ਕੋਦੋ ਕੋ ਭੁਸ ਖਈ ਹੈ। ਬੜਾ ਬੁਰਾ ਹਾਲ ਹੋਏਗਾ। ਸਾਰਾ ਦਿਨ ਕਿਸਾਨ ਤੇਰੇ ਕੋਲੋਂ ਖੇਤ ਦੇ ਵਿੱਚ ਕੰਮ ਲਏਗਾ, ਖਾਣ ਵਾਸਤੇ ਸੁੱਕਾ ਚਾਰਾ ਤੈਨੂੰ ਹੁਣ ਤੇ 36 ਤਰ੍ਹਾਂ ਦੇ ਪਦਾਰਥ ਜੋ ਤੇਰਾ ਮਨ ਕਰਦਾ ਹੈ ਤੂੰ ਖਾਣਾ ਹੈ, ਪਰ ਉਸ ਟਾਈਮ ਤੇ ਕਹਿੰਦੇ ਕੇਵਲ ਸੁੱਕਾ ਚਾਰਾ ਤੈਨੂੰ ਮਿਲੇਗਾ, ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਮਿਲਣਾ। ਤੇ ਕਬੀਰ ਸਾਹਿਬ ਕਹਿੰਦੇ ਭਲਿਆ ਹੁਣ ਤੇਰੇ ਕੋਲ ਸਮਾਂ ਹੈ, ਇਹ ਤੇਰਾ ਅਵਸਰ, ਇਹ ਤੇਰੀ ਵਾਰ। ਕਹਿੰਦੇ ਇਹ ਤੇਰੇ ਕੋਲ ਮੌਕਾ ਤੈਨੂੰ ਰੱਬ ਨੇ ਦਿੱਤਾ ਹੋਇਆ ਹੈ, ਹੁਣ ਜਪ ਲਾ, ਤੇਰਾ ਬੁਢੇਪਾ ਸਫਲ ਹੋ ਜਾਏਗਾ। ਜਿੱਥੇ ਜਵਾਨੀ ਦੇ ਵਿੱਚ ਚਿੰਤਾ ਕਰਦਾ ਹੈ ਨਾ ਕਿ 4 ਪੈਸੇ ਇਕੱਠੇ ਕਰ ਲਾਂ ਤਾਂ ਕਿ ਬੁਢੇਪੇ ਦੇ ਵਿੱਚ ਮੈਨੂੰ ਕਿਸੇ ਦੇ ਅੱਗੇ ਹੱਥ ਨਾ ਫੈਲਾਉਣਾ ਪਵੇ, ਕਬੀਰ ਸਾਹਿਬ ਕਹਿੰਦੇ ਕਿ ਤੇ ਰੱਬ ਦੀ ਯਾਦ ਵਿੱਚ ਜੁੜ ਜਾ, ਤੇਰਾ ਬੁਢੇਪਾ ਸੰਭਾਲਿਆ ਜਾਏਗਾ, ਗੁਰੂ ਸੰਭਾਲੇਗਾ ਤੈਨੂੰ। ਇਹ ਸੰਸਾਰ ਤੋਂ ਬਾਅਦ ਵੀ ਗੁਰੂ ਤੈਨੂੰ ਤੇਰੀ ਸੰਭਾਲ ਕਰੇਗਾ, ਪਰ ਸੰਭਾਲ ਤਾਂ ਹੀ ਹੋਏਗੀ ਜੇਕਰ ਤੂੰ ਰੱਬ ਦੀ ਯਾਦ ਵਿੱਚ ਜੁੜ ਜਾਏ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਹੋ ਨਾਨਕ ਇਹ ਬਿਦ ਭਈ
ਤਉ ਨਾ ਹਰ ਰਸ ਲੀਨ, ਕਹਿੰਦੇ ਜਾਗ ਮਾਇਆ ਦੀ ਨੀਂਦ ਦੇ ਵਿੱਚੋਂ, ਅੱਖਾਂ ਖੋਲ ਦੇਖ ਸਮਾਂ ਲੰਘਦਾ ਜਾ ਰਿਹਾ ਹੈ, ਤੇ ਉਸ ਰੱਬ ਦੀ ਯਾਦ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾ ਲਾ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਏ। ਕਿਉਂਕਿ ਸਿਆਣੇ ਕਹਿੰਦੇ ਨੇ ਨਾ, ਫਿਰ ਪਛਤਾਏ ਕਿਆ ਹੋਤ ਹੈ, ਜਬ ਚਿੜੀਆ ਚੁਗ ਗਈ ਖੇਤ। ਜਦੋਂ ਸਮਾਂ ਹੀ ਹੱਥੋਂ ਨਿਕਲ ਗਿਆ ਫਿਰ ਪਛਤਾਉਣ ਦਾ ਫਾਇਦਾ ਕੋਈ ਨਹੀਂ ਜੀ ਰਹਿ ਜਾਣਾ। ਗੁਰੂ ਕਿਰਪਾ ਕਰੇ ਕਿਤੇ ਇੰਨੀ ਕੁ ਗੱਲ ਸਮਝ ਪੈ ਜਾਏ, ਬੁਢੇਪਾ ਆਉਣਾ ਹੈ, ਤੇ ਇਸ ਅਵਸਥਾ ਤੱਕ ਪਹੁੰਚਣ ਤੋਂ ਪਹਿਲਾਂ ਉਸ ਰੱਬ ਦੀ ਯਾਦ ਵਿੱਚ ਜੁੜ ਜਾਈਏ, ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।